ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰਹਿਮੰਡ ਵਿੱਚ ਵਸਦੇ ਸਰਬੱਤ ਖਾਲਸਾ ਪੰਥ ਪੰਜਾਬੀ ਵੀਰੋ ਤੇ ਪੰਜਾਬੀਆਂ ਦੀ ਇਸ ਵੱਡੀ ਸਮੱਸਿਆ ਦੇ ਵਿੱਚ ਸ਼ਮੂਲੀਅਤ ਕਰ ਰਹੇ ਸਾਰੇ ਹੀ ਕਿਸਾਨ ਯੂਪੀ, ਬਿਹਾਰ, ਤਮਿਲਨਾਡੂ, ਬੰਬੇ, ਰਾਜਸਥਾਨ, ਪੰਜਾਬ, ਕਸ਼ਮੀਰ, ਸਾਰੇ ਹਿੰਦੁਸਤਾਨ ਤੇ ਹਿੰਦੁਸਤਾਨ ਤੋਂ ਬਾਹਰ ਸਾਰੇ ਮੁਲਕਾਂ ਦੇ ਵਿੱਚ ਜੋ ਸਪੋਰਟ ਕਰ ਰਹੇ ਆ, ਸਭਨਾਂ ਨੂੰ ਜੀ ਆਇਆਂ ਆਖਦਾ। ਮੈਂ ਕਦੀ ਲਾਈਫ ਇਸ ਤਰ੍ਹਾਂ ਕਿਸੇ ਦੇ ਸੰਬੰਧ ਦੇ ਵਿੱਚ ਕਦੀ ਵੀ ਲਾਈਵ ਨਹੀਂ ਹੋਇਆ ਤੇ ਨਾ ਮੈਂ ਆਪਣੇ ਵਿਚਾਰ ਰੱਖੇ, ਪਰ ਕੁਝ ਕੁ ਗੱਲਾਂ ਅੱਜ ਇਸ ਪੱਖ ਨੂੰ ਲੈ ਕੇ ਮਜਬੂਰ ਕਰ ਰਹੀਆਂ ਨੇ ਕਿ ਜਿਨ੍ਹਾਂ ਬਾਬਤ ਜੇ ਅੱਜ ਅਸੀਂ ਇੱਥੇ ਬੈਠ ਕਰਕੇ ਨਾ ਬੋਲੇ ਤੇ ਅਸੀਂ ਸਮਝਦੇ ਹਾਂ ਕਿ ਜਿਹੜੀ ਸਾਡੀ ਜ਼ਮੀਰ ਆ ਉਹ ਪੂਰਨ ਰੂਪ ਵਿੱਚ ਮਰ ਚੁੱਕੀ ਆ ਤੇ ਸਮਾਂ ਨਿਕਲ ਜਾਣ ਤੋਂ ਬਾਅਦ ਕੱਲ੍ਹ ਨੂੰ ਜਿਸ ਸ਼ਖਸੀਅਤ ਬਾਬਤ ਮੈਂ ਕੁਝ ਬੋਲਣਾ ਚਾਹੁੰਦਾ, ਜੇਕਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਆ ਜਾਂ ਉਹਨੂੰ ਸਜ਼ਾ ਹੁੰਦੀ ਆ ਜਾਂ ਕੋਈ ਉਸ ਨਾਲ ਮਾੜਾ ਵਿਵਹਾਰ ਹੁੰਦਾ ਤਾਂ ਮੇਰੇ ਹਿਸਾਬ ਨਾਲ ਸਾਡੀਆਂ ਜਿਹੜੀਆਂ ਅੰਤਰਾਤਮਾਵਾਂ ਨੇ ਜਾਂ ਸਾਡੇ ਬੱਚੇ ਨੇ ਉਹ ਕੱਲ੍ਹ ਨੂੰ ਸਾਨੂੰ ਸਵਾਲ ਕਰ ਸਕਦੇ ਵੀ ਤੁਸੀਂ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਕਿਉਂ ਨਹੀਂ ਬੋਲੇ। ਮੇਰੀ ਮੁਰਾਦ ਅੱਜ ਦੀਪ ਸਿੱਧੂ ਦੇ ਨਾਲ ਹੈ। ਮੈਂ ਉਹਨੂੰ ਲਾਈਵ ਬਹੁਤ ਵਾਰ ਸੁਣਿਆ। ਅੱਜ ਜੋ ਵਿਵਾਦ ਇੱਥੇ ਕੇਸਰੀ ਨਿਸ਼ਾਨ ਨੂੰ ਲੈ ਕਰਕੇ ਲਾਲ ਕਿਲੇ 'ਤੇ ਝਲਾਉਣ ਦਾ ਹੋਇਆ ਜਾਂ ਕਿਸਾਨੀ ਮੋਰਚੇ ਦੇ ਤਹਿਤ ਕਿਸਾਨੀ ਏਕਤਾ ਦਾ ਜੋ ਝੰਡਾ ਹੈ ਉਸ ਨੂੰ ਲਹਿਰਾਉਣ ਦਾ ਲਾਲ ਕਿਲੇ 'ਤੇ ਹੋਇਆ, ਉਹ ਸਾਰੇ ਦਾ ਸਾਰਾ ਜਿਹੜਾ ਘੜਾ ਹੈ, ਮਾਫੀ ਚਾਹੁੰਦਾ ਦੀਪ ਸਿੱਧੂ ਜੀ ਇਹ ਸ਼ਬਦ ਵਰਤ ਰਹੇ, ਉਹ ਸਾਰੇ ਦਾ ਸਾਰਾ ਜਿਹੜਾ ਘੜਾ ਹੈ ਉਹ ਕਿਸੇ ਨਾ ਕਿਸੇ ਸ਼ਰਾਰਤੀ ਅਨਸਰਾਂ ਦੇ ਰੂਪ ਅੰਦਰ ਦੀਪ ਸਿੱਧੂ ਦੇ ਸਿਰ 'ਤੇ ਭੰਨ ਦਿੱਤਾ ਗਿਆ। ਹਾਂ, ਮੈਂ ਪਹਿਲੀ ਗੱਲ ਬੜੇ ਕਲੀਅਰ ਰੂਪ ਵਿੱਚ ਕਹਿ ਦਾਂ ਕਿ ਮੈਂ ਦੀਪ ਸਿੱਧੂ ਦੀ ਹਮਾਇਤ ਵਿੱਚ ਅੱਜ ਇਹ ਵੀਡੀਓ ਪਾਉਣ ਲੱਗਿਆ। ਚੰਗੀ ਲੱਗੇ ਤਾਂ ਜ਼ਰੂਰ ਸ਼ੇਅਰ ਕਰਿਓ ਤੇ ਜੇ ਚੰਗੀ ਨਾ ਲੱਗੇ ਤਾਂ ਕਿਰਪਾ ਆਪਣੇ ਸੁਜੈਸ਼ਨ ਜ਼ਰੂਰ ਦੇਣਾ। ਮੈਂ ਇੱਕ ਇੱਥੇ USA ਦੇ ਵਿੱਚ, ਮੇਰਾ ਨਾਮ ਸੁਖਜੀਵਨ ਸਿੰਘ, ਕੈਲੀਫੋਰਨੀਆ ਸਟਾਕਟਨ ਦੇ ਵਿੱਚ ਮੈਂ 8 ਸਾਲ ਦੇ ਕਰੀਬ ਰਿਹਾ ਜੀ। ਇਸ ਟਾਈਮ 'ਚ ਟਰੱਕ ਡਰਾਈਵਰ ਹਾਂ, ਇੱਥੇ ਟਰੇਲਾ ਚਲਾਉਣਾ ਵਾਂ ਤੇ ਮੈਂ ਆਪਣੀ ਕਿਰਤ ਕਰ ਰਿਹਾ, ਪਰ ਮੈਂ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੀਆਂ ਜੜ੍ਹਾਂ ਤੇ ਆਪਣੀ ਮਿੱਟੀ ਦੇ ਨਾਲ ਰਲਿਆ ਜੁੜਿਆ ਤੇ ਨਾਲੇ ਜੋ ਉੱਥੇ ਸੱਚ ਵਰਤਦਾ ਤੇ ਉਹਦੇ ਬਾਬਤ ਇਹਨਾਂ ਮੁਲਕਾਂ ਦੇ ਵਿੱਚ ਵੀ ਅਸੀਂ ਜੁਰਤ ਰੱਖੀ ਆ ਆਪਣੀ ਸੱਚ ਦੀ ਗੱਲ ਨੂੰ ਕਹਿਣ ਦੀ ਤੇ ਅਸੀਂ ਆਖਿਆ ਵੀ ਆ ਤੇ ਕਹਿੰਦੇ ਵੀ ਰਵਾਂਗੇ। ਪਰ ਮੈਂ ਇਹ ਸਮਝਦਾ ਵੀ ਇੰਨਾ ਕੁਛ ਹੋਇਆ, 2-3 ਮਹੀਨੇ ਇਹ ਸੰਘਰਸ਼ ਚੱਲਿਆ, ਉਹਦੇ ਵਿੱਚ ਮੈਂ ਕਦੀ ਵੀ ਕੋਈ ਐਸੀ ਵੀਡੀਓ ਨਹੀਂ ਪਾਈ। ਹਾਂ, ਸਪੋਰਟ ਜ਼ਰੂਰ ਕਰਦਾ ਵਾਂ ਹਰ ਇੱਕ ਜਾਣੇ ਦੀ। ਮੈਂ ਇੱਥੇ ਰਾਜੇਵਾਲ ਸਾਹਿਬ ਨੂੰ ਝੁਠਲਾਉਂਦਾ ਨਹੀਂ, ਉਹਨਾਂ ਦਾ ਤਜਰਬਾ ਬਾਕਮਾਲ ਹੈ। ਚੜੂਨੀ ਸਾਹਿਬ ਨੂੰ ਨਹੀਂ ਮੈਂ ਕਦੇ, ਗੁਰਨਾਮ ਸਿੰਘ ਜੀ ਨੂੰ ਨਹੀਂ ਮੈਂ ਕਦੇ ਭੰਡਿਆ, ਕਿਉਂਕਿ ਉਹਨਾਂ ਦਾ ਤਜਰਬਾ, ਉਹਨਾਂ ਦੀ ਜਿਹੜੀ ਸੇਵਾ ਕਿਸਾਨ ਸੰਘਰਸ਼ ਦੇ ਸੰਬੰਧੀ ਹੋਈ ਹੈ ਉਹ ਬਹੁਤ ਸ਼ਰਾਹਣਯੋਗ ਆ। ਹੋਰ ਵੀ ਜਿਤਨੀਆਂ ਜਥੇਬੰਦੀਆਂ, ਲੱਖਾ ਸਿਧਾਣਾ ਹੋਇਆ ਜਾਂ ਹੋਰ ਜਿੰਨੇ ਵੀ ਨੌਜਵਾਨ ਵੀਰ ਉੱਥੇ ਤਨ ਮਨ ਧਨ ਦੀ ਸੇਵਾ ਦੇ ਵਿੱਚ ਜਿਨ੍ਹਾਂ ਨੇ ਯੋਗਦਾਨ ਪਾਇਆ, ਸਾਰੇ ਹੀ ਸ਼ਲਾਘਾਯੋਗ। ਪਰ ਅੱਜ ਗੱਲ ਇਸ ਥਾਂ ਦੇ ਉੱਤੇ ਬੜੀ ਅਜੀਬੋ ਗਰੀਬ ਲੱਗੀ ਜਦੋਂ ਕੁਝ ਨੌਜਵਾਨਾਂ ਨੇ ਆਪਣੇ ਮਨਮਤੇ ਨੂੰ ਪਕਾ ਕਰਕੇ ਰਿੰਗ ਰੋਡ ਦਾ ਜਿਹੜਾ ਰੂਟ ਹੈ ਉਧਰ ਨੂੰ ਜਾਣ ਦੀ ਮਤਲਬ ਇੱਕ ਤਰ੍ਹਾਂ ਦਾ ਉਹਨਾਂ ਨੇ ਫੈਸਲਾ ਲਿਆ ਤੇ ਉਹਦੇ ਤਹਿਤ ਹੀ ਦੀਪ ਸਿੱਧੂ ਵੀ ਉਹਨਾਂ ਦੇ ਨਾਲ ਹੋ ਤੁਰਿਆ। ਹੁਣ ਇਸ ਥਾਂ ਦੇ ਉੱਤੇ ਦੋ ਗੱਲਾਂ ਆਪਾਂ ਨੂੰ ਸੋਚਣ ਵਾਲੀਆਂ ਇਹ ਹੁੰਦੀਆਂ ਨੇ ਕਿ ਦੀਪ ਸਿੱਧੂ ਦੇ ਉੱਤੇ ਇੱਕਦਮ ਇਹ ਘੜਾ ਭੰਨ ਦੇਣਾ ਵੀ ਇਹ RSS ਦਾ ਬੰਦਾ ਹੈ, ਇਹ ਗੱਦਾਰ ਹੈ ਜਾਂ ਇਹ ਹੁਣ ਸਰਕਾਰ ਨਾਲ ਮਿਲ ਗਿਆ, ਇਹ ਗੱਲ ਕਹਿਣੀ ਬਹੁਤ ਜ਼ਿਆਦਾ ਅਤਕਥਨੀ ਹੈ। ਸੋ ਮੇਰੇ ਹਿਸਾਬ ਨਾਲ ਇੱਥੇ ਸਾਨੂੰ ਥੋੜ੍ਹੀ ਜਿਹੀ ਸੋਚਣ ਦੀ ਲੋੜ ਹੈ ਕਿ ਜਿਹੜਾ ਬੰਦਾ ਵਕਾਲਤ ਪੜ੍ਹਿਆ ਹੋਵੇ, ਭਾਵ LLB ਕੀਤੀ ਹੋਵੇ, ਜਿਸ ਨੂੰ ਨੌਲੇਜ ਹੋਵੇ ਸੰਸਾਰ ਦੇ ਅੰਦਰ ਕਾਨੂੰਨ ਦਾ ਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕਰਕੇ ਆਪਣੀ ਗੱਲ ਰੱਖਣ ਦਾ, ਉਹ ਬੰਦਾ ਕਾਨੂੰਨ ਦੀਆਂ ਕਦੇ ਧੱਜੀਆਂ ਨਹੀਂ ਉਡਾ ਸਕਦਾ। ਕਾਨੂੰਨ ਦੀਆਂ ਧੱਜੀਆਂ ਗੁੰਡੇ ਲੋਕ ਉਡਾਉਂਦੇ ਆ ਤੇ ਦੀਪ ਸਿੱਧੂ ਦੇ ਵਿੱਚ ਕੋਈ ਗੁੰਡਿਆਈ ਵਾਲੀ ਗੱਲ ਨਹੀਂ ਹੈਗੀ ਵੀ ਉਹ ਗੁੰਡਾ ਪਰਸਨ ਹੈ। ਸਭ ਤੋਂ ਵੱਡਾ ਹਾਂ ਉਹ ਗੁੰਡਾ ਇਸ ਪੱਖ ਤੋਂ ਜ਼ਰੂਰ ਹੈ ਵੀ ਜਦੋਂ ਉੱਥੇ ਜਾ ਕਰਕੇ ਜਿਹੜੇ ਕਿਸਾਨ ਨੇ ਉਹ ਪ੍ਰਸ਼ਾਦਾ ਪਾਣੀ ਉਹਨਾਂ ਸਰਕਾਰਾਂ ਦਾ ਛਕ ਕੇ ਚਾਹ ਪਾਣੀ ਪੀ ਕੇ ਕੌਫੀ ਪੀ ਕੇ ਵਾਪਸ ਮੁੜ ਆਉਂਦੇ ਸੀ, ਤਾਂ ਇਹ ਪਹਿਲਾ ਨੌਜਵਾਨ ਦੀਪ ਸਿੱਧੂ ਮੇਰਾ ਵੀਰ ਸੀਗਾ ਜਿਹਨੇ ਉਹਨਾਂ ਨੂੰ ਤਾੜਿਆ ਵੀ ਤੁਸੀਂ ਉੱਥੇ ਜਾ ਕਰਕੇ
ਉਹਨਾਂ ਦੇ ਵਿੱਚ ਬਹਿ ਕਰਕੇ ਉਹਨਾਂ ਖਾਣਾ ਨਾਲ ਕਿਉਂ ਖਾਂਦੇ ਹੋ? ਤੁਸੀਂ ਆਪਣੇ ਮੁੱਦੇ ਦੀ ਗੱਲ ਕਰੋ, ਆਪਣੇ ਮੁੱਦੇ ਨੂੰ ਉਹਨਾਂ ਦੇ ਮੂਹਰੇ ਰੱਖੋ। ਤੁਸੀਂ ਉਹਨਾਂ ਦੇ ਨਾਲ ਇਸ ਪੱਖ ਦੀ ਵੀ ਸਾਂਝ ਨਾ ਰੱਖੋ। ਇਹ ਉਹਦਾ ਬਹੁਤ ਵੱਡਾ ਗੁਨਾਹ ਹੈ ਜਿਹੜਾ ਲੋਕਾਂ ਨੇ ਇੱਕ ਮਿੰਟ ਵਿੱਚ ਆਪਣੀ ਜੀਵਨ ਅੰਦਰ ਨਜ਼ਰਅੰਦਾਜ਼ ਕਰ ਦਿੱਤਾ। ਸਾਧ ਸੰਗਤ ਜੀ, ਸੰਸਾਰ ਦੇ ਅੰਦਰ ਕਿਤੇ ਵੀ ਤੁਸੀਂ ਚਲੇ ਜਾਓ, ਜਿਹੜੀ ਪ੍ਰੋਟੈਸਟ ਸ਼ਬਦ ਹੈ, ਜਿਸ ਦਾ ਸਿੱਧਾ ਜਿਹਾ ਲਫ਼ਜ਼ ਜੇ ਮੈਂ ਪੰਜਾਬੀ ਵਿੱਚ ਸਮਝਾਵਾਂ ਉਹ ਇਹ ਹੈ ਕਿ ਤੁਸੀਂ ਸ਼ਾਂਤੀਮਈ ਢੰਗ ਦੇ ਨਾਲ ਆਪਣਾ ਅੰਦੋਲਨ ਜਿਹੜਾ ਉਹਨੂੰ ਨਪੇਰੇ ਚਾੜੋ, ਕੋਈ ਹਿੰਸਾ ਨਾ ਕਰੋ, ਕੁਛ ਨਾ ਕਰੋ। ਸਿੱਖ ਧਰਮ ਨੇ ਇਹੋ ਜਿਹੇ ਪ੍ਰੋਟੈਸਟ ਦੇ ਪਤਾ ਨਹੀਂ ਕਿੰਨੇ ਕੁ ਮੋਰਚੇ ਲਗਾ ਦਿੱਤੇ ਆ, ਜਿਨ੍ਹਾਂ ਦਾ ਅੱਜ ਤੱਕ ਕੀੜੀ ਜਿੰਨਾ ਵੀ, ਕੋਈ ਚੀਂਟੀ ਜਿੰਨਾ ਵੀ ਜਿਹੜਾ ਸਾਨੂੰ ਹੈਗਾ, ਕੋਈ ਉਹਦਾ ਮਤਲਬ ਸਾਨੂੰ ਪ੍ਰਾਪਤੀ ਹੋਈ ਹੋਵੇ ਤਾਂ ਮੈਨੂੰ ਇਤਿਹਾਸ ਦੇ ਪੰਨੇ ਫਰੋਲ ਕਰਕੇ ਦਿਖਾ ਦਿਓ। ਤੁਸੀਂ ਜੈਤੋਂ ਦੇ ਮੋਰਚੇ ਵਿੱਚ ਚਾਬੀਆਂ ਦਾ ਮੋਰਚਾ ਲਾਇਆ, ਡਾਂਗਾਂ ਖਾਧੀਆਂ, ਸੰਸਾਰ ਅੰਦਰ ਆਪਣੀ ਅਸੀਮ ਜਵਾਨੀ ਬਜ਼ੁਰਗਤਾਈ ਸਾਰਿਆਂ ਨੂੰ ਤੁਸੀਂ ਮਰਵਾ ਦਿੱਤਾ ਉੱਥੇ। ਇਸ ਤਹਿਤ ਤੁਸੀਂ ਜੱਗ ਦੇ ਅੰਦਰ ਫਿਰ ਆਏ ਹੋ। ਫਿਰ ਆਉਣ ਤੋਂ ਬਾਅਦ ਤੁਸੀਂ ਆਪਣੇ ਦਰਬਾਰ ਸਾਹਿਬ ਲਈ ਤੁਸੀਂ ਕੀ ਕਹਿੰਦੇ ਪ੍ਰੋਟੈਸਟ ਕੀਤਾ। ਇੱਥੇ ਰੇਡੀਓ ਨਹੀਂ ਸੀ ਚੱਲਣ ਦਿੱਤਾ ਜਾਂਦਾ ਸਰਕਾਰ ਲਈ, ਉਹਦੇ ਲਈ ਹੋਇਆ। ਆਨੰਦਪੁਰ ਦੇ ਮਤਿਆਂ ਲਈ ਅੱਜ ਤੱਕ ਤੁਹਾਡੇ ਪ੍ਰੋਟੈਸਟ ਜਾਰੀ ਹੈ। ਮੈਨੂੰ ਪਹਿਲਾਂ ਪ੍ਰਾਪਤੀ ਦਿਖਾਓ ਇਹਦੇ ਵਿੱਚ ਕੀ ਹੋਈ ਹੈ। ਸੋ ਸਿੱਖ ਧਰਮ ਦੇ ਵਿੱਚ ਸਾਧ ਸੰਗਤ ਦੀ ਥੋੜ੍ਹਾ ਜਿਹਾ ਸੋਚਣ ਦੀ ਲੋੜ ਹੈ। ਜੋ ਗੱਲਾਂ ਅਸੀਂ ਉੱਥੇ ਕਹਿੰਦੇ ਹਾਂ ਵੀ ਸ਼ਾਂਤੀਮਈ ਢੰਗ ਨਾਲ ਨਜਿੱਠਣੀਆਂ, ਉਹ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਨਜਿੱਠੋ ਨਾ, ਤੁਸੀਂ ਨਜਿੱਠੋ, ਪਰ ਜ਼ਿੰਦਗੀ ਅੰਦਰ ਇਹ ਚੀਜ਼ ਜਾਣੋ ਵੀ ਤੁਹਾਡਾ ਜਿਹੜਾ ਪਿਛੋਕੜ ਇਤਿਹਾਸ ਤੁਸੀਂ ਕੱਢ ਕੇ ਆਏ ਹੋ, ਤੁਸੀਂ ਵਿਚਰ ਕੇ ਆਏ ਹੋ ਜੱਗ ਦੇ ਅੰਦਰ, ਉਹ ਜਿਹੜੀ ਚੀਜ਼ ਹੈ ਉਹ ਤੁਹਾਨੂੰ ਹਲੇ ਤੱਕ ਮਿਲੀ ਨਹੀਂ। ਜਿਹੜੇ ਪ੍ਰੋਟੈਸਟ ਨੂੰ ਤੁਸੀਂ ਲੈ ਕੇ ਇੱਥੇ 2 ਮਹੀਨੇ 3 ਮਹੀਨੇ ਬੈਠੇ ਰਹੇ ਹੋ। ਜ਼ਾਹਰ ਜੀ ਗੱਲ ਹੈ ਵੀ ਸਬਰ ਤੇ ਸੰਤੋਖ ਦਾ ਜਿਹੜਾ ਘੁੱਟ ਹੁੰਦਾ ਉਹਦੀ ਕੋਈ ਮਿਆਦ ਹੁੰਦੀ ਹੈ। ਉਹਨਾਂ ਦੇ ਜੂੰ ਨਹੀਂ ਕੰਨ ਤੱਕ ਸਰਕਦੀ। ਸਾਡਾ ਵਿਸ਼ਾਲ ਦਿਲ ਆ, ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਤੰਗ ਦਿਲ ਨਹੀਂ ਕੀਤਾ। ਸੰਸਾਰ 'ਚ ਅਸੀਂ ਬਘੇਲ ਸਿੰਘ ਵਾਲੀ ਪਾਲਿਸੀ 'ਤੇ ਗਏ ਤਾਂ ਸਾਰੀ ਦਿੱਲੀ ਨੂੰ ਘੇਰਿਆ, ਪਰ ਦਿੱਲੀ ਦੇ ਲੋਕਾਂ ਨੂੰ ਅਸੀਂ ਸੰਸਾਰ ਅੰਦਰ ਜੱਗ ਦੇ ਅੰਦਰ ਰੋੜਿਆ ਨਹੀਂ, ਤੋੜਿਆ ਨਹੀਂ। ਉਹਨਾਂ ਨੇ ਲੰਗਰ ਅਤੇ ਪਿਆਰ ਦੀ ਜਿਹੜੀ ਭਾਵਨਾ ਉਹ ਪ੍ਰਫੁੱਲਤ ਕੀਤੀ। ਪਰ ਸਾਧ ਸੰਗਤ ਜੀ, ਸੋਚਣ ਦੀ ਗੱਲ ਹੈ ਕਿ ਇਹਨਾਂ ਪ੍ਰੋਟੈਸਟਾਂ ਨੇ ਸਾਡੇ ਸਿੱਖ ਪੰਥ ਨੂੰ ਜਾਂ ਸਾਨੂੰ ਕੀ ਦਿੱਤਾ ਹੈ। ਹੁਣ ਕਿਸਾਨ ਜਥੇਬੰਦੀ ਦੇ ਵਿੱਚੋਂ ਅਸੀਂ ਇਹ ਗੱਲ ਕੱਢ ਦਈਏ ਕਿ ਇਹਦੇ ਵਿੱਚ ਜੋਸ਼ ਹੋਣਾ ਹੀ ਨਹੀਂ ਚਾਹੀਦਾ, ਇਹਦੇ ਵਿੱਚ ਆਪਣੇ ਖਾਲਿਸਤਾਨ ਦੀ ਗੱਲ ਨਹੀਂ ਹੋਣੀ ਚਾਹੀਦੀ। ਮੁਬਾਰਕ ਹੈ, ਗੱਲ ਚੰਗੀ ਹੈ, ਪਰ ਸਮਝਣਯੋਗ ਗੱਲ ਇਹ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਜੱਗ ਦੇ ਅੰਦਰ ਇੱਕ ਰੂਪ ਕੇਵਲ ਬਾਬਾ ਗੁਰੂ ਨਾਨਕ ਤਾਰਨ ਵਾਲਾ ਨਹੀਂ ਹੈ, ਉਹ ਕ੍ਰਾਂਤੀਕਾਰੀ ਵੀ ਹੈ। ਉਹ ਜੱਗ ਦੇ ਅੰਦਰ ਲੋਕਾਂ ਨੂੰ ਸੇਧ ਦੇਣ ਵਾਲਾ ਹੈ, ਸੁਸਾਇਟੀ ਨੂੰ ਸੇਧ ਦਿੱਤੀ। ਜਿਹੜੀ ਗੱਲ ਕਹਿਣ ਵਾਲੀ ਸੀ ਉਹ ਕਹੀ ਹੈ। ਇਸ ਹਾਲਾਤ ਵਿੱਚ ਉਹ ਸੋਸ਼ਲ ਵਰਕਰ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਲੜੀਆਂ। ਕੋਈ ਜੰਗ ਵਿੱਚ ਆਪਣੇ ਆਪ ਨੂੰ ਸਤਿਗੁਰੂ ਮਹਾਰਾਜ ਨੇ ਕੋਈ ਪ੍ਰਾਪਤੀ ਲਈ ਨਹੀਂ, ਆਪਣੇ ਆਪ ਨੂੰ ਆਪਣੇ ਬਚਾਅ ਲਈ ਲੜੀਆਂ ਜਾਂ ਸੰਸਾਰ ਦੇ ਜ਼ੁਲਮ ਨੂੰ ਖਤਮ ਕਰਨ ਲਈ ਲੜੀਆਂ। ਤੁਸੀਂ ਭਗਤ ਸਿੰਘ ਨੂੰ ਮੰਨ ਲੈਂਦੇ ਹੋ। ਭਗਤ ਸਿੰਘ ਨੇ ਬੰਬ ਸੁੱਟਿਆ ਤਾਂ ਬੰਬ ਕਿਸੇ ਨੂੰ ਮਾਰਨ ਖਾਤਰ ਨਹੀਂ ਸੁਣਿਆ, ਕੰਨ ਨੂੰ ਖੋਲ੍ਹਣ ਖਾਤਰ ਸੁੱਟਿਆ। ਸਤਿਗੁਰੂ ਦੀ ਕਿਰਪਾ ਜੇ ਇਹ ਬਹਾਂ ਨੂੰ ਤੁਸੀਂ ਇਸ ਪੱਖ ਨਾਲ ਦੇਖੋ ਕਿ ਜੇ ਉੱਥੇ ਲਾਲ ਕਿਲ੍ਹੇ 'ਤੇ ਝੰਡਾ ਝੂਲ ਗਿਆ ਤੇ ਉਹ ਝੰਡਾ ਕਿਤੇ ਜਿਹੜਾ ਸਾਡਾ ਤਿਰੰਗਾ ਹੈ, ਜਿਹੜਾ ਹਿੰਦੁਸਤਾਨ ਦਾ ਤਿਰੰਗਾ ਹੈ ਜਾਂ ਸਾਡਾ ਜਿਹੜਾ ਨੈਸ਼ਨਲ ਜਿਹੜਾ ਫਲੈਗ ਹੈ, ਉਹਨੂੰ ਲਾ ਕੇ ਨਹੀਂ ਜਲਾਇਆ ਗਿਆ। ਇਸ ਕਰਕੇ ਜੁਰਮ ਨਹੀਂ ਆ। ਹੁਣੇ ਮੈਂ ਫੇਸਬੁੱਕ 'ਤੇ ਦੇਖ ਰਿਹਾ ਸੀ, ਉਹੀ ਬੈਠੇ ਲੀਡਰ ਨੇ ਜਿਹੜੇ ਗਲ ਦੇ ਵਿੱਚ ਤਿਰੰਗਾ ਪਾਈ ਪਏ, ਉਹਦੇ ਨਾਲ ਪਸੀਨਾ ਪੂੰਝ ਰਹੇ ਨੇ, ਉਹਨੂੰ ਉਹ ਰੌਂਦਦੇ ਨੇ। ਇੱਥੇ ਇਹੀ ਬੀਜੇਪੀ ਹੈ, ਇਹੀ ਸਰਕਾਰਾਂ ਨੇ ਜਿਹੜੀਆਂ ਤਿਰੰਗੇ ਝੰਡੇ ਨੂੰ ਅੱਗ ਵੀ ਲਾਉਂਦੀਆਂ ਨੇ। ਇਹੀ ਦੰਗਾਕਾਰੀ ਲੋਕ ਨੇ ਜਿਹੜੀਆਂ ਬੱਸਾਂ ਨੂੰ ਭੰਨਦੇ ਨੇ। ਇੰਨੀ ਲੰਬਾ ਸੰਘਰਸ਼ ਚੱਲਿਆ ਸ਼ਾਂਤੀਮਈ ਢੰਗ ਨਾਲ। ਇਹਦੇ ਵਿੱਚ ਦੀਪ ਸਿੱਧੂ ਦੀ ਦੇਣ ਹੈ ਕਿ ਉਹਨੇ ਲੋਕਾਂ ਨੂੰ ਉੱਥੇ ਤੱਕ ਫੋਰਸ ਕੀਤਾ ਅਤੇ ਉਹਨੇ ਹੀ ਆਪਣੇ ਅਕਲ ਤੇ ਸਮਝ ਨਾਲ ਲੋਕਾਂ ਦੀ ਏਕਤਾ ਨੂੰ ਇਕੱਤਰ ਕਰ ਕਰਕੇ ਦਿੱਲੀ ਦੀ ਜਿਹੜੀ ਹੈਗੀ ਆ ਸਰਜ਼ਮੀਨ ਆ ਉਹਦੇ ਤੱਕ ਇਹਨਾਂ ਬਜ਼ੁਰਗਾਂ ਨੂੰ ਪਹੁੰਚਾਇਆ। ਤੇ ਹੁਣ ਜਦੋਂ ਬਜ਼ੁਰਗਾਂ ਦੇ ਕੋਲੋਂ ਇਹ ਗੱਲਾਂ ਸਿਰੇ ਨਾ ਲੱਗੀਆਂ ਤਾਂ ਇਹ ਗੱਲ ਸਾਰਾ ਭਾਂਡਾ ਉਸ ਦੇ ਸਿਰ ਉੱਤੇ ਭੰਨ ਦੇਣਾ, ਇਹ ਮੇਰਾ ਖਿਆਲ ਬਹੁਤ ਵੱਡੀ ਨਾਇਨਸਾਫੀ ਹੈ ਦੀਪ ਸਿੱਧੂ ਨਾਲ। ਤੇ ਮੈਂ ਇਸ ਚੀਜ਼ ਦਾ ਸਖਤ ਵਿਰੋਧ ਕਰਦਾ ਵਾਂ। ਮੈਂ ਸਾਰੇ ਤਕਰੀਬਨ ਉਹਦੇ ਲਾਈਵ ਸੁਣੇ ਆ, ਜਿਨ੍ਹਾਂ ਦੇ ਵਿੱਚ ਮੈਂ ਇੱਕ ਚੀਜ਼ ਤੋਂ ਹੈਰਾਨ ਹੋਇਆ ਕਿ ਦੀਪ ਸਿੱਧੂ ਨੂੰ ਉਹਨਾਂ ਨੇ ਬੋਲਣ ਨਹੀਂ ਦਿੱਤਾ। ਉਹ ਵਿਚਾਰਾ ਕਿਨਾਰਾ ਕਰ ਗਿਆ। ਉਹ ਕਿਨਾਰਾ ਕਰਕੇ ਆਪਣੀ ਮੁਹਿੰਮ ਦੇ ਵਿੱਚ ਸ਼ਾਮਲ ਰਿਹਾ, ਉਹਦਾ ਹਿੱਸਾ ਬਣ ਕੇ ਰਿਹਾ, ਪਰ ਉਹਨੇ ਕੋਈ ਦੰਗਾ ਫਸਾਦ ਦੀ ਗੱਲ ਕਿਸੇ ਵੀ ਵੀਡੀਓ ਵਿੱਚ ਨਹੀਂ ਕੀ। ਲੱਖੇ ਸਿਧਾਣੇ ਨੂੰ ਨਹੀਂ ਬੋਲਣ ਦਿੱਤਾ ਗਿਆ, ਪਰਾਂ ਹੋ ਕੇ ਬੈਠ ਗਏ।
ਤੇ ਮਜਬੂਰਨ ਜਿਹੜਾ ਰੂਪ ਸੀਗਾ ਇਸ ਕਿਸਾਨੀ ਅੰਦੋਲਨ ਦਾ, ਉਹਦਾ ਮੁੱਢ ਤੋਂ ਹੀ ਪਤਾ ਲੱਗਦਾ ਆ ਰਿਹਾ। ਉਹ ਕਿਤੇ ਨਾ ਕਿਤੇ ਨਿਸ਼ਾਨ ਸਾਹਿਬ ਤੋਂ ਨਫ਼ਰਤ ਹੋ ਗਈ, ਕਿਤੇ ਨਾ ਕਿਤੇ ਫਿਰ ਉਹਦੀ ਮਾफ़ੀ ਮੰਗ ਲਈ ਗਈ, ਫਿਰ ਉਹਨੂੰ ਨਿਹੰਗ ਸਿੰਘਾਂ ਨੂੰ ਕਹਿਣ ਦਿੱਤਾ ਗਿਆ। ਸਤਿਗੁਰੂ ਦੀ ਕਿਰਪਾ, ਇਸ ਚੀਜ਼ ਨੂੰ ਐਕਸੈਪਟ ਕਰੋ ਵੀ ਜਿਹੜਾ ਸਿੱਖ ਦਾ ਸ਼ਾਹੀ ਜੌ ਜਲਾਲ ਹੈ, ਉਹਦੇ ਤਹਿਤ ਸਤਿਗੁਰੂ ਨੇ ਜੇ ਕਿਰਪਾਨ ਰੱਖਣ ਦੀ ਇਜਾਜ਼ਤ ਦਿੱਤੀ ਹੈ ਤਾਂ ਉਹ ਸਾਡਾ ਅੰਗ ਆ। ਅਸੀਂ ਜੇ ਗੱਤਕਾ ਖੇਡਦੇ ਹਾਂ ਤਾਂ ਸੰਸਾਰ ਦੀਆਂ ਉਹ ਫੌਜਾਂ ਨੇ, ਉਹਨਾਂ ਦੀ ਟ੍ਰੇਨਿੰਗ ਹੈ। ਜਿਵੇਂ ਰੋਜ਼ ਫੌਜੀ ਆਪਣੀ ਟ੍ਰੇਨਿੰਗ ਕਰਦਾ, ਉਹ ਆਪਣਾ ਗੱਤਕਾ ਖੇਡਦੇ ਆ, ਦਾ ਇਹ ਨਜ਼ਰੀਆ ਨਾਲ ਆ ਜਾਵੇ ਵੀ ਇਹ ਖਾਲਿਸਤਾਨੀ ਨੇ। ਇਹਦਾ ਇਹ ਨਜ਼ਰੀਆ ਨਹੀਂ ਲਿਜਾਣਾ ਚਾਹੀਦਾ ਕਿ ਇਹ ਲੋਕ ਉਹ ਆਪਣੀ ਵਰਜਿਸ਼ ਕਰਦੇ ਆ, ਉਹ ਆਪਣੇ ਆਪ ਨੂੰ ਤਿਆਰ ਬਰ ਤਿਆਰ ਰੱਖਣ ਲਈ ਇਹ ਸਭ ਕੁਝ ਕਰਦੇ ਹਨ। ਦੀਪ ਸਿੱਧੂ ਦੀ ਵਕਾਲਤ ਕਰਨ ਤੋਂ ਬਾਅਦ ਜੇ ਇਹ ਗੱਲ ਮੰਨੋ ਕਿ ਉਹ ਬੰਦੇ ਨੇ ਕਿਸੇ ਤਰ੍ਹਾਂ ਦੀਆਂ ਧੱਜੀਆਂ ਉਡਾਈਆਂ, ਤਾਂ ਮੈਂ ਸਮਝਦਾ ਇਹ ਬਹੁਤ ਵੱਡੀ ਸਾਡੀ ਘਾਟ ਹੈ। ਉਹ ਇੱਕ ਮਾਤਰ ਐਸਾ ਸੂਝਵਾਨ ਬੰਦਾ ਹੈ ਜਿਸ ਨੇ ਆਪਣੀ ਗੱਲ ਰੱਬ ਦੀ ਰਜ਼ਾ ਤੇ ਰੱਬ ਦੇ ਭੈ ਦੇ ਵਿੱਚ ਰਹਿ ਕਰਕੇ ਜਨਤਾ ਦੇ ਮੂਹਰੇ ਰੱਖੀ, ਔਰ ਉਹਨੇ ਕਿਸੇ ਹੁੱਲੜਬਾਜੀ ਦੇ ਵਿੱਚ ਕਿਸੇ ਨੂੰ ਪ੍ਰਮੋਟ ਨਹੀਂ ਕੀਤਾ, ਕਿਸੇ ਨੂੰ ਧੱਕਿਆ ਨਹੀਂ, ਕਿਸੇ ਨੂੰ ਜੋਸ਼ ਨਹੀਂ ਦਿਖਾਇਆ ਕਿ ਤੁਸੀਂ ਆਹ ਕੁਛ ਕਰਨਾ। ਇਹ ਨੌਜਵਾਨ ਉੱਥਾ ਵਰਗ ਹੈ ਜਿਨ੍ਹਾਂ ਦੇ ਵਿੱਚ ਇਹ ਜਿਹੜੀ ਭਾਵਨਾ ਆਈ, ਉਹਨਾਂ ਨੇ ਇਹ ਕੁਛ ਕੀਤਾ। ਜਾਂ ਆਪਾਂ ਦੂਸਰਾ ਪੱਖ ਲੈ ਲਈਏ ਕਿ ਉਹਦੇ ਵਿੱਚ ਕੋਈ ਸ਼ਰਾਰਤੀ ਅਨਸਰ ਹੋਣਗੇ ਜਿਨ੍ਹਾਂ ਨੇ ਜੋ ਉੱਥੇ ਥੋੜ੍ਹਾ ਬਹੁਤ ਤੋੜ ਫੋੜ ਕੀਤੀ ਹੈ, ਉਹਨਾਂ ਦੀ ਨਜ਼ਰੀਆ। ਕਿਉਂਕਿ ਐਡੇ ਵੱਡੇ ਹਜੂਮ ਦੇ ਵਿੱਚ ਆਪਣੇ ਅਤੇ ਪਰਾਇਆਂ ਨੂੰ ਪਛਾਣਨਾ ਬਹੁਤ ਔਖਾ। ਤੇ ਜਦੋਂ ਤੱਕ ਸਿੱਖ ਦੀ ਗੱਲ ਕਰੀ ਜਾਵੇ ਤੇ ਦਾੜੀ ਵਧਾਤੀ ਤੇ ਮੁੱਛਾਂ ਰੱਖ ਲਈਆਂ, ਪੱਗ ਬੰਨ੍ਹ ਲਈ, ਤੇ ਕੋਈ ਬੰਦਾ ਕਿਸੇ ਨੂੰ ਵੀ ਨਹੀਂ ਪਛਾਣ ਸਕਦਾ ਐਡੇ ਹਜੂਮ ਦੇ ਅੰਦਰ ਵੀ ਉਹ ਕੌਣ ਆ, ਸਾਡਾ ਬੰਦਾ ਕਿ ਬਾਹਰਲਾ ਬੰਦਾ। ਇਸ ਕਰਕੇ ਮੈਂ ਆ ਸਵੇਰ ਦੀਆਂ ਜੋ ਖਬਰਾਂ ਪੜ੍ਹ ਰਿਹਾ, ਜਿਹਦੇ ਤਹਿਤ ਮੇਰੇ ਮਨ ਨੂੰ ਇਸ ਚੀਜ਼ ਦਾ ਬੜਾ ਦੁੱਖ ਹੋਇਆ ਕਿ ਇੱਕ ਵੈਲ ਐਜੂਕੇਟਡ ਸਾਡਾ ਜਿਹੜਾ ਬੰਦਾ ਹੈ, ਉਹਦੇ ਉੱਤੇ ਬੇਤਸ਼ਾ ਬੇਵਜ੍ਹਾ ਆਪਾਂ ਇਲਜ਼ਾਮ ਲਾ ਰਹੇ ਹਾਂ, ਜਦ ਕਿ ਨਮੋਸ਼ੀ ਦਾ ਕਾਰਨ ਜਿਹੜਾ ਉਹ ਹੋਰ ਵੀ ਆ। ਸਭ ਤੋਂ ਵੱਡੀ ਗੱਲ ਤਾਂ ਸਾਡੇ ਸਿੱਖ ਪੰਥ ਦੇ ਅੰਦਰ ਜਿਹੜੀ ਚੀਜ਼ ਦੇ ਲਾਇਕ ਹੋਵੇ, ਅਸੀਂ ਉਹਨੂੰ ਉਹ ਉਪਾਧੀ ਦੇਣ ਦੇ ਵਿੱਚ ਆਣਾਕਾਣੀ ਬਹੁਤ ਕਰਦੇ ਹਾਂ। ਛੋਟਾ ਜਿਹਾ ਉਦਾਹਰਣ ਮੈਂ ਦੇਵਾਂਗਾ ਇੱਥੇ ਵੀ। ਸ਼ਾਮ ਸਿੰਘ ਅਟਾਰੀ ਨੇ ਜਦੋਂ ਚੜ੍ਹਾਈ ਕੀਤੀ ਅੰਗਰੇਜ਼ਾਂ ਦੇ ਖਿਲਾਫ, ਤਾਂ ਜਿਹੜਾ ਉਹਨਾਂ ਦਾ ਵੱਡਾ ਲੀਡਰ ਸੀ, ਉਹਨੇ ਜਾਣਿਆ ਵੀ ਮੇਰੇ ਤੋਂ ਵੱਧ ਜਿਹੜਾ ਮੇਰਾ ਛੋਟਾ ਜਰਨੈਲ ਹੈ ਇਹ ਤਜਰਬੇਕਾਰ ਹੈ ਤੇ ਇਹ ਸ਼ਾਮ ਸਿੰਘ ਅਟਾਰੀ ਦੇ ਨਾਲ ਲੜ ਸਕਦਾ। ਉਹਨੇ ਉਸੇ ਵੇਲੇ ਆਪਣੇ ਸਟਾਰ ਲਾ ਕਰਕੇ ਆਪਣੇ ਛੋਟੇ ਜਿਹੜਾ ਹੈਗਾ ਸੀਗਾ ਆਫੀਸਰ, ਉਹਦੇ ਮੋਢਿਆਂ ਤੇ ਲਾ ਦਿੱਤੇ ਤੇ ਸੈਨਾ ਨੂੰ ਹੁਕਮ ਕੀਤਾ ਕਿ ਇਸ ਪਾਸ ਤਜਰਬਾ ਹੈ। ਉਹਨੇ ਤਿਆਗ ਦੀ ਭਾਵਨਾ ਦਿਖਾਈ। ਇੱਥੇ ਸਾਡੇ ਲੋਕ ਲੰਬੇ ਸਮੇਂ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਜਿਹੜੇ 50 ਸਾਲ ਤੋਂ ਜਾਂ 40 ਸਾਲ ਤੋਂ ਲੱਗੇ ਆ, ਮੁਬਾਰਕ ਹੈ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦਾ ਤਜਰਬਾ ਨਹੀਂ ਹੋ ਗਿਆ, ਪਰ ਇਹ ਗੱਲ ਮੰਨਣੀ ਕਿ ਜਿਹੜਾ ਆਉਣ ਵਾਲਾ ਬੰਦਾ ਜਾਂ ਨੌਜਵਾਨ ਬੰਦਾ ਉਹਦੇ ਕੋਲੇ ਅਕਲ ਨਹੀਂ ਹੋ ਸਕਦੀ, ਸਾਡਾ ਹੀ ਤਜਰਬਾ ਸਭ ਤੋਂ ਵੱਡੀ ਮਾਇਨੇ ਰੱਖਦਾ, ਇਹ ਚੀਜ਼ ਦਾ ਵਿਰੋਧ ਮੈਂ ਕਰਦਾ। ਕਿਉਂਕਿ ਸਤਿਗੁਰੂ ਦੀ ਕਿਰਪਾ ਕਈ ਚੀਜ਼ਾਂ ਦੇ ਵਿੱਚ ਇਹੋ ਜਿਹੀ ਥਾਂ 'ਤੇ ਆਪਾਂ ਨੂੰ ਹੱਲਾ ਕਰਨਾ ਪੈਂਦਾ, ਇਹੋ ਜਿਹਾ ਇੱਕ ਰੂਪ ਵਰਤਾਰਾ ਜਿਹੜਾ ਹੈਗਾ ਉਹ ਦਿਖਾਉਣਾ ਪੈਂਦਾ। ਉਹਦੇ ਪਿੱਛੇ ਕਾਰਨ ਸਰਕਾਰ ਨੂੰ ਚੈਲੰਜ ਕਰਨਾ ਨਹੀਂ ਹੁੰਦਾ, ਬਲਕਿ ਉਹਨਾਂ ਦੇ ਕੰਨ ਖੋਲ੍ਹਣਾ। ਜਿਹਦਾ ਮੈਂ ਉਦਾਹਰਨ ਦੇ ਚੁੱਕਿਆ ਵੀ ਬੰਬ ਜੇ ਅਸੈਂਬਲੀ 'ਚ ਸਿੱਟਿਆ ਤਾਂ ਭਗਤ ਸਿੰਘ ਜਾਂ ਰਾਜਗੁਰੂ ਇਹਨਾਂ ਦਾ ਮੰਤਵ ਇਹ ਨਹੀਂ ਸੀ ਕਿ ਉੱਥੇ ਕਿਸੇ ਨੂੰ ਮਾਰ ਦਿੱਤਾ ਜਾਵੇ, ਉਹਨਾਂ ਨੇ ਕੰਨ ਖੋਲ੍ਹੇ ਆ। ਸਰਕਾਰਾਂ ਦੇ ਕੰਨ ਸਮੇਂ-ਸਮੇਂ ਦੇ ਹਿਸਾਬ ਨਾਲ ਖੋਲ੍ਹਣੇ ਜ਼ਰੂਰੀ ਨੇ, ਕਿਉਂਕਿ ਇਹ ਸਰਕਾਰਾਂ ਅੰਨੀਆਂ ਤੇ ਬੋਲੀਆਂ ਹੋ ਜਾਂਦੀਆਂ ਤੇ ਮਾਇਆਧਾਰੀ ਹੈ ਸਰਕਾਰ, ਜਿਹਦੇ 'ਚ ਹੇਕੜਬਾਜੀ ਨਹੀਂ। ਹੁਣ ਤੁਸੀਂ ਦੁਨੀਆ 'ਤੇ ਇਹ ਦੇਖ ਲਓ, ਇੱਥੇ ਅਸੀਂ ਵਿਦੇਸ਼ਾਂ ਵਿੱਚ ਬੈਠੇ ਹਾਂ, ਜੇ 10 ਬੰਦੇ ਵੀ ਪ੍ਰੋਟੈਸਟ 'ਚ ਖੜ੍ਹਦੇ ਆ, ਉਹਨਾਂ ਦੀ ਆਵਾਮ ਤੋਂ ਉੱਪਰ ਉੱਠ ਕਰਕੇ ਪਾਰਲੀਮੈਂਟਰ ਜਿਹੜੇ ਲੋਕ ਨੇ ਜਾਂ ਇੱਥੇ ਦੇ ਲੀਡਰ ਨੇ ਉਹ ਗੱਲ ਸੁਣਦੇ ਆ। ਮੈਂ ਹੈਰਾਨ ਹੋ ਗਿਆ ਵੀ ਐਡੀ ਵੱਡੀ ਨਕੰਮੀ ਤੇ ਨਾ ਸਮਝ ਤੇ ਬੇਸ਼ਰਮ ਸਰਕਾਰ, ਜਿਹਨੇ 2-2 3-3 ਮਹੀਨੇ ਤੋਂ ਲੱਗੇ ਹੋਏ ਉਸ ਸ਼ਾਂਤੀਮਈ ਅੰਦੋਲਨ ਦੀ ਗੱਲ ਕਦੇ ਸੁਣਨ ਦੀ ਨਜਾਕਤ ਨਹੀਂ ਕੀਤੀ, ਨਾ ਹਿੰਮਤ ਕੀਤੀ ਹੈ, ਤੇ ਨਾ ਹੀ ਉਹਦੇ ਹੱਕ ਵਿੱਚ ਕੋਈ ਗੱਲ ਉਹਨਾਂ ਨੇ ਕਹੀ ਹੈ। ਇਹਦੇ ਨਾਲੋਂ ਵੱਧ ਸ਼ਰਮਗੀਰੀ ਤੇ ਇਹਦੇ ਤੋਂ ਵੱਧ ਨਮੋਸ਼ੀ ਸਾਡੇ ਲਈ ਹੋਰ ਕੁਝ ਨਹੀਂ ਹੋ ਸਕਦੀ। ਸੋ ਮੈਂ ਸਮਝਦਾ ਵੀ ਇਹ RSS ਦੇ ਗੁੰਡਿਆਂ ਵਾਂਗੂ ਕੁਝ ਨਹੀਂ ਉੱਥੇ ਹੋਇਆ ਵੀ ਜਿਹਦੇ ਨਾਲ ਟਰੱਕਾਂ ਨੂੰ ਅੱਗ ਲਾ ਦਿੱਤੀ ਗਈ ਜਾਂ ਸ਼ਾਂਤੀਮਈ ਪ੍ਰੋਟੈਸਟ ਕਰਨ ਦਾ ਉਹਨਾਂ 'ਚ ਕੋਈ ਵਿਧਾਨ ਅੱਜ ਤੱਕ ਤੁਸੀਂ ਦਿਖਾ ਦਿਓ ਵੀ ਕੋਈ ਵੀ ਬੰਦ ਕਰਵਾਇਆ ਹੋਵੇ ਜਾਂ ਉਹਨਾਂ ਨੇ ਅੰਦੋਲਨ ਕੀਤਾ ਹੋਵੇ, ਉਹਦੇ ਵਿੱਚ ਉਹਨਾਂ ਨੇ ਗਰੀਬ ਦੀ ਮਾਰ ਕੁੱਟ ਨਾ ਕੀਤੀ ਹੋਵੇ, ਉਹਦੇ ਦੁਕਾਨਾਂ ਨਾ ਜਲਾਈਆਂ ਹੋਣ, ਉਹਨਾਂ ਦੀਆਂ ਗੱਡੀਆਂ ਨਾ ਫੂਕੀਆਂ ਹੋਣ, ਉਹਨਾਂ ਦੇ ਜਿੰਦੇ ਜਾਗਦੇ ਸਬੂਤ ਆ। ਸਿੱਖ ਧਰਮ ਦੇ ਵਿੱਚ ਐਸਾ ਕੁਛ ਨਹੀਂ ਹੋਇਆ ਤੇ ਨਾ ਹੀ ਕੁਛ ਆਉਣ ਦੇ ਸਮੇਂ ਵਿੱਚ ਆ। ਸਿੱਖਾਂ ਨੇ ਬਲਕਿ ਇਹਨਾਂ 3 ਮਹੀਨਿਆਂ ਵਿੱਚ ਉਹ ਸਮਝ ਤੇ ਸੂਝ
ਯੂਨੀਵਰਸਲ ਦੇ ਅੰਦਰ ਸਾਰੇ ਬ੍ਰਹਿਮੰਡ ਵਿੱਚ ਦਿਖਾਈ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਅਪਗ੍ਰੇਡ ਕਰਕੇ ਦਿਖਾਇਆ ਦੈਟ ਵੀ ਆਰ ਅ ਵੈਲ ਐਜੂਕੇਟਡ ਪਰਸਨ, ਵੀ ਨੋ ਲਾਅ ਐਂਡ ਰੈਗੂਲੇਸ਼ਨਸ, ਵੀ ਨੋ ਹਾਊ ਟੂ ਪ੍ਰੋਟੈਸਟ। ਉਹਨਾਂ ਨੇ ਸਾਰੀਆਂ ਜਿਹੜੀਆਂ ਚੰਗਿਆਈਆਂ ਨੇ ਜੋ ਇੱਕ ਪ੍ਰੋਟੈਸਟ ਦੇ ਤਹਿਤ ਹੁੰਦੀਆਂ ਉਹਨਾਂ ਨੇ ਕਰਕੇ ਦਿਖਾਈਆਂ, ਤੇ ਇਸ ਲਈ ਮੈਂ ਇਹਨਾਂ ਸਾਰੇ ਸਿੱਖਾਂ ਨੂੰ ਸਜਦਾ ਕਰਦਾ। ਅੱਗੇ ਜੋ ਹੋਊਗਾ ਪਰਮੇਸ਼ਰ ਪਰਮਾਤਮਾ ਦੇ ਭਾਣੇ ਵਿੱਚ ਹੋਊਗਾ। ਪਰ ਮੈਂ ਬੇਨਤੀ ਕਰਾਂ, ਜਿਵੇਂ ਬਹੁਤੇ ਜਿਹੜੇ ਮੁਖਾਲਫਤ ਕਰਨ ਵਾਲੇ ਚੈਨਲ ਨੇ ਉਹ ਆਪਣੀ ਇਸ ਖਬਰ ਨੂੰ ਚਮਕਾਉਣ ਖਾਤਰ ਸਾਰਾ ਜਿਹੜਾ ਭਾਂਡਾ ਉਹਦੇ ਲਈ ਲੋਕਾਂ ਦੇ ਵਿਊ ਮੰਗਦੇ ਫਿਰਦੇ ਆ। ਦੀਪ ਸਿੱਧੂ ਕਾਤਲ ਹੈ ਕਿ ਨਹੀਂ, ਦੀਪ ਸਿੱਧੂ ਗਦਾਰ ਹੈ ਕਿ ਨਹੀਂ, ਦੀਪ ਸਿੱਧੂ RSS ਦਾ ਬੰਦਾ ਹੈ। ਇਹ ਜਿਹੜੀ ਮਤਲਬ ਰਾਜਨੀਤੀ ਤੁਸੀਂ ਆਪਣੇ ਚੈਨਲਾਂ ਨੂੰ ਚਮਕਾਉਣ ਖਾਤਰ ਕਰ ਰਹੇ ਹੋ, ਇਹਨੂੰ ਪਲੀਜ਼ ਬੰਦ ਕੀਤਾ ਜਾਵੇ। ਉਸ ਬੰਦੇ ਨੇ ਬੜਾ ਹੀ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ। ਮੇਰਾ ਉਹ ਕੋਈ ਨਿੱਜੀ ਨਹੀਂ ਆ, ਮੈਂ ਉਹਨੂੰ ਅੱਜ ਤੱਕ ਮਿਲਿਆ ਨਹੀਂ, ਪਰ ਜਿਹੜੀ ਸੱਚ ਗੱਲ ਆ ਉਹ ਮੈਂ ਜ਼ਰੂਰ ਕਹਿਣਾ ਕਿ ਇੱਕ ਵੈਲ ਐਜੂਕੇਟਡ ਬੰਦੇ ਨੂੰ ਉਹਦੀ ਜਿਹੜੀ ਮੁਖਾਲਫਤ ਕਰਨ ਲਈ ਉਹਦੀ ਸਮਝ ਦੇ ਉੱਤੇ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਆਪਾਂ ਨੂੰ 20 ਵਾਰ ਸੋਚਣਾ ਚਾਹੀਦਾ। ਮੇਰੇ ਬਹੁਤ ਅਜੀਜ਼ ਦੋਸਤ ਨੇ, ਸੁਖਵੀਰ ਸਿੰਘ ਪਨਵਾ ਵੀ ਮੈਨੂੰ ਵਾਚ ਕਰ ਰਹੇ ਨੇ, ਇਹ ਵੀ ਮੇਰੇ ਨਾਲ ਪੜ੍ਹੇ ਆ, ਬਾਅਦ ਵਿੱਚ ਇਹਨਾਂ ਨੇ ਵੀ ਇੱਕ ਵਕਾਲਤ ਕੀਤੀ ਆ। ਵਕਾਲਤ ਦੇ ਤਹਿਤ ਮੈਂ ਸਮਝਾਂਗਾ ਜੇ ਕੱਲ੍ਹ ਨੂੰ ਇਹਨਾਂ ਨੂੰ ਕੋਈ ਜ਼ਿੰਮੇਵਾਰੀ ਮੇਰੇ ਐਸੇ ਭਰਾ ਨੂੰ ਦਿੱਤੀ ਵੀ ਜਾਊਗੀ, ਮੈਂ ਸਮਝਦਾ ਉਹ ਕਾਨੂੰਨ ਦੇ ਦਾਇਰੇ ਤੋਂ ਬਾਹਰ ਕਦੀ ਵੀ ਨਹੀਂ ਕੋਈ ਗੱਲ ਕਰਨਗੇ। ਸੋ ਮੈਂ ਬੇਨਤੀ ਕਰਾਂ ਸਾਰੀ ਹੀ ਸੰਗਤ ਨੂੰ, ਬਲਕਿ ਸਾਰੇ ਹੀ ਉੱਥੇ ਹਿੰਦੂ ਮੁਸਲਮਾਨ ਵੀਰ ਜਿੰਨੇ ਵੀ ਨੇ ਜੋ ਕਿਸਾਨ ਅੰਦੋਲਨ ਦੇ ਵਿੱਚ ਆਏ ਆ, ਵੀ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਆ, ਜਦੋਂ ਇੱਕ ਸੰਘਰਸ਼ ਨੂੰ ਆਪਾਂ ਸਿਰੇ ਲਾਉਣਾ ਹੋਵੇ ਤੇ ਜਦੋਂ ਉਹਦੀ ਪ੍ਰਾਪਤੀ ਸਾਡੇ ਵੱਡੇ ਆਗੂਆਂ ਕੋਲੋਂ ਨਾ ਹੋਈ ਹੋਵੇ, ਉਹਦਾ ਭਾਂਡਾ ਕਿਸੇ ਨਾ ਕਿਸੇ ਦੇ ਸਿਰ ਤੇ ਭੰਨ ਦੇਣਾ ਇਹ ਕੋਈ ਸ਼ੋਭਨੀਕ ਗੱਲ ਨਹੀਂ। ਇਸ ਰਾਜਨੀਤੀ ਨੂੰ ਬੰਦ ਕੀਤਾ ਜਾਵੇ। ਤੇ ਦੂਸਰੀ ਬੇਨਤੀ ਹੈ ਵੀ ਆ ਜਿਹੜੇ ਚੈਨਲ ਨੇ ਜਿੰਨੇ ਇਹ ਚਮਕ ਦਮਕ ਕਰਨ ਖਾਤਰ ਦੀਪ ਸਿੱਧੂ ਦਾ ਮੋਹਰਾ ਬਣਾ ਕਰਕੇ ਉਹਨੂੰ ਲੋਕਾਂ ਦੇ ਵਿਊ ਲੈਂਦੇ ਫਿਰਦੇ ਆ, ਇਹ ਚੀਜ਼ ਤੋਂ ਵੀ ਗੁਰੇਜ਼ ਕੀਤੀ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਮੈਂ ਖਿਮਾ ਦਾ ਜਾਚਕਾਂ ਜੇ ਕਿਸੇ ਦੀ ਸ਼ਾਨ ਖਿਲਾਫ ਬੋਲ ਚੁੱਕਿਆ, ਪਰ ਇੱਕ ਵਾਰੀ ਫੇਰ ਮੈਂ ਦੀਪ ਸਿੱਧੂ ਦੀ ਹਮਾਇਤ ਕਰਦਾ। ਉਹਦੀ ਕਾਬਲੀਅਤ ਤੇ ਮੈਨੂੰ ਸ਼ੱਕ ਨਹੀਂ ਆ। ਸਤਿਗੁਰੂ ਰਹਿਮਤ ਉਹਨੂੰ ਬਖਸ਼ਿਸ਼ ਕਰਨ। ਅਸੀਂ ਪਹਿਲੀ ਗੱਲ ਆਪਣੀ ਸਾਬਤ ਸੂਰਤ ਦੇ ਨਾਲ ਹੀ ਸਿੱਖੀ ਦੀ ਪਛਾਣ ਨਾ ਕਰਨਾ ਸਿੱਖੀਏ, ਅਕਲ ਦੇ ਨਾਲ ਜਿਹੜੀ ਹੈਗੀ ਆ ਉਹ ਗੱਲ ਨੂੰ ਸਮਝ ਸੋਚਣ ਦੀ ਗੱਲ ਕਰੀਏ। ਸੋ ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਜਿਤਨਾ ਇਤਿਹਾਸ ਤੁਸੀਂ ਪੜ੍ਹਦੇ ਹੋ ਉਹਦੇ ਵਿੱਚ ਹਰ ਤਰ੍ਹਾਂ ਦੇ ਸਤਿਗੁਰੂ ਜੀ ਨੇ ਕਵੀ ਆਪਣੇ ਦਰਬਾਰ 'ਚ ਰੱਖਿਆ, ਹਿੰਦੂ ਵੀ ਰੱਖਿਆ, ਮੁਸਲਮਾਨ ਵੀ ਰੱਖਿਆ। ਸੋ ਉਹ ਗੱਲਾਂ ਸਾਨੂੰ ਆਪਣੇ ਜੀਵਨ ਅੰਦਰ ਧਾਰਨੀਆਂ ਚਾਹੀਦੀਆਂ। ਸੋ ਇੰਨੀਆਂ ਕੁ ਬੇਨਤੀਆਂ ਨਾਲ ਮੈਂ ਖਿਮਾ ਦਾ ਜਾਚਕ ਹਾਂ। ਵੀਡੀਓ ਥੋੜ੍ਹੀ ਲੰਬੀ ਜ਼ਰੂਰ ਹੋ ਗਈ, ਪਰ ਬੇਨਤੀ ਕਰਾਂਗਾ ਕਿ ਇਹ ਜਿਹੜੇ ਮਸਲੇ ਨੇ ਅੱਜ ਦੇ ਸਮੇਂ ਦੇ ਵਿੱਚ ਇਹਨੂੰ ਥੋੜ੍ਹਾ ਜਿਹਾ ਦੂਸਰੇ ਢੰਗ ਨਾਲ ਦੇਖਣਾ ਚਾਹੀਦਾ ਹੈ। ਇਹ ਇਕੱਲਾ ਇੱਕ ਬਾਕੀ ਸਿੱਖਾਂ ਲਈ ਪ੍ਰੋਟੈਸਟ ਸ਼ਬਦ ਦੇ ਅਰਥ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਬਦਲਣੇ ਪੈਣੇ ਆ, ਕਿਉਂਕਿ ਸਰਕਾਰਾਂ ਦਾ ਸਾਹਮਣੇ ਭੁੱਖੇ ਵੀ ਮਰ ਕੇ ਦੇਖ ਲਏ, ਅੰਡੋਮਾਨ ਨਿਕੋਬਾਰ ਵੀ ਜਾ ਕੇ ਦੇਖ ਲਿਆ, ਫਾਂਸੀਆਂ 'ਤੇ ਲਟਕ ਕੇ ਵੀ ਦੇਖ ਲਿਆ, ਦੇਸ਼ ਦੀ ਸੁਰੱਖਿਆ ਦੇ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਪਾਇਆ। ਫੌਜੀ ਅੱਜ ਵੀ ਬਾਰਡਰਾਂ 'ਤੇ ਮਰ ਰਹੇ ਨੇ, ਪਰ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂੰ ਨਹੀਂ ਸਰਕਦੀ ਸਿੱਖਾਂ ਪ੍ਰਤੀ। ਜੇ ਉੱਥੇ ਐਂਟੀ ਆਪਸ਼ਨ ਦੇ ਲੋਕ ਜਿੰਨੇ ਵੀ ਬੈਠੇ ਹਨ ਉਹਨਾਂ ਦਾ ਇੱਕ ਮੂਲ ਧੁਰਾ, ਜਿਵੇਂ ਕਿ ਐਡਮਿਸ਼ਨ ਕਰਦਿਆਂ ਸਾਰੀ BJP ਜਾਂ RSS ਦੇ ਜਾਂ ਹੋਰ ਕਿਸੇ ਵੀ ਕਰਿੰਦਿਆਂ ਦੇ ਨਾਲ ਤਾਂ ਇੱਕੋ ਹੀ ਪਾਠ ਪੜ੍ਹਾ ਦਿੱਤਾ ਜਾਂਦਾ ਵੀ ਸਿੱਖ ਜਿਹੜੇ ਆ ਉਹ ਇਸ ਹਿੰਦੁਸਤਾਨ ਦੇ ਕੌਮੀ ਦੁਸ਼ਮਣ ਨੇ, ਉਹਨਾਂ 'ਤੇ ਕਿਸੇ ਨਾ ਕਿਸੇ ਰੂਪ 'ਚ ਲੈਵਲ ਲਾ ਦਿਓ, ਹੋਰ ਨਹੀਂ ਤਾਂ ਇਹਨਾਂ ਦਾ ਮਖੌਲ ਹੀ ਉਡਾ ਦਿਓ ਸਿੱਖਾਂ ਦਾ, ਉਹਨਾਂ 'ਤੇ ਜੋਕ ਜਾਂ ਚੁਟਕਲੇ ਬਣ ਜਾਂਦੇ ਆ। ਉਹੋ ਜਿਹੇ ਸਾਡੇ ਉੱਥੇ ਲੋਕ ਨੇ ਜਿਹੜੇ ਇਹੋ ਜਿਹੇ ਆਪਣੇ ਆਪ ਦਾ ਮਖੌਲ ਖੁਦ ਬਣਾਉਂਦੇ ਆ, ਉਸ ਤੋਂ ਬਾਅਦ ਉਹਨਾਂ ਦੇ ਕਿਰਦਾਰਾਂ 'ਤੇ ਮਖੌਲ ਕੀਤੇ ਜਾਂਦੇ ਹਨ। ਹੁਣ ਇਹ ਵਰਲਡ ਨੂੰ ਇੱਕ ਦਿਖਾ ਦਿੱਤਾ ਗਿਆ ਦਿੱਲੀ ਦੇ ਕਿ ਅਸੀਂ ਸਿੱਖ ਲੋਕਾਂ ਦੇ ਵਿੱਚ ਕਿਹੜੀ ਕਿਹੜੀ ਕੁਆਲਿਟੀ ਆ। ਸੋ ਸਾਧ ਸੰਗਤ ਦੀ ਬੇਨਤੀ ਹੈ ਕਿ ਦੀਪ ਸਿੱਧੂ ਨੂੰ ਇਸ ਤਰ੍ਹਾਂ ਨਾ ਰੋਲਿਆ ਜਾਵੇ। ਉਹਨੇ ਬੜਾ ਸੰਘਰਸ਼ ਕੀਤਾ, ਬਹੁਤ ਤਿਆਗ ਕੀਤਾ ਹੈ, ਅਤੇ ਸਮਾਂ ਹੈ ਕਿ ਉਹਦੇ ਨਾਲ ਮੋਢਾ ਲਾ ਕੇ ਖੜਿਆ ਜਾਵੇ। ਅਸੀਂ ਬਾਹਰ ਬੈਠੇ ਦੀਪ ਸਿੱਧੂ ਵੀਰ, ਜੇ ਮੇਰੀ ਇਹ ਵੀਡੀਓ ਪਹੁੰਚੇ ਤੇਰੇ ਤੱਕ ਤਾਂ ਵੀ ਮੈਂ ਬੇਨਤੀ ਕਰਾਂਗਾ ਸਤਿਗੁਰੂ ਤੈਨੂੰ ਹੋਰ ਹਿੰਮਤ ਬਖਸ਼ਣ। ਮੈਂ ਸਮਝਦਾ ਕਿ ਜਿੱਥੇ ਕਹਿੰਦੇ ਹਥਿਆਰ ਕੰਮ ਨਹੀਂ ਕਰਦਾ ਉੱਥੇ ਵਿਚਾਰ ਕੰਮ ਕਰਦਾ, ਅਤੇ ਤੇਰੀ ਸੋਚ ਵਿਚਾਰ ਵਾਲੀ ਸੀ ਅਤੇ ਮੈਂ ਉਹਦਾ ਗੁਲਾਮ ਹਾਂ। ਮੈਂ ਉਸ ਗੱਲ ਦਾ ਕਾਇਲ ਹਾਂ ਕਿ ਜਿਹੜੀ ਵਿਚਾਰ ਨੂੰ ਤੁਸੀਂ ਲੈ ਕੇ ਚੱਲੇ ਹੋ, ਅਤੇ ਸਤਿਗੁਰੂ ਤੁਹਾਨੂੰ ਇਸ ਕੰਮ ਦੇ ਵਿੱਚ ਹੋਰ ਤਰੱਕੀ ਬਖਸ਼ਿਸ਼ ਕਰੇ। ਸੋ ਮੈਂ ਆਪਣੇ ਸਣੇ ਹੋਰ ਜਿੰਨੇ ਵੀ ਇੱਥੇ ਮੇਰੇ ਵੀਰ ਨੇ ਸਭਨਾਂ ਦਾ ਧੰਨਵਾਦ ਕਰਦਾ। ਤੁਸੀਂ ਜਿਸ ਤਰ੍ਹਾਂ ਵੀ ਗਏ ਤਨ ਮਨ ਧਨ ਕਰਕੇ ਇਸ ਸਪੋਰਟ ਦੇ ਅੰਦਰ, ਇਸ ਪ੍ਰੋਟੈਸਟ ਦੇ ਵਿੱਚ, ਤੁਹਾਡਾ ਸਭ ਦਾ ਧੰਨਵਾਦ। ਪਰ ਮੇਰੇ ਵੀਰੋ, ਸੋਚ ਸਮਝ ਕੇ ਆਪਣਾ ਕਦਮ ਚੱਕੋ, ਸੋਚ ਸਮਝ ਕੇ ਆਪਣੇ ਮੂੰਹ ਦੇ ਵਿੱਚੋਂ ਬੋਲਣਾ, ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਉਹਦੇ ਵਿੱਚ ਤੁਹਾਡੀ ਗੱਲ ਤੁਸੀਂ ਆਪ ਹੀ ਨਾ ਇਹਨਾਂ ਗੱਲਾਂ ਵਿੱਚ ਉਲਝ ਜੋ, ਇਹਨਾਂ ਚੀਜ਼ਾਂ ਤੋਂ ਬਚੋ। ਹੋਈਆਂ ਭੁੱਲਾਂ ਦੀ ਬਹੁਤ ਬਹੁਤ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।